सत श्री अकाल जी। द खालस टीवी ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਅੱਜ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਖਾਸ ਖਬਰਾਂ ਤੁਹਾਨੂੰ ਦੱਸਾਂਗੇ। ਵੋਟਾਂ ਦਾ ਮਾਹੌਲ ਹੈ ਤੇ ਇੱਕ ਮਹੀਨਾ ਹੁਣ ਵੋਟਾਂ ਦੇ ਨਾਲ ਜੁੜੀਆਂ ਖਬਰਾਂ ਹੀ ਪੰਜਾਬ ਦੇ ਵਿੱਚੋਂ ਆਉਣਗੀਆਂ ਜ਼ਿਆਦਾਤਰ, ਕਿਉਂਕਿ ਵੋਟਾਂ ਨੂੰ ਲੈ ਕੇ ਹੀ ਚੋਣ ਸਰਗਰਮੀਆਂ ਹੀ ਚੱਲ ਰਹੀਆਂ ਨੇ। ਲੋਕਾਂ ਦਾ ਰੁਝਾਨ ਵੀ ਉਧਰ ਨੂੰ ਹੈ। ਚੋਣ ਜ਼ਾਬਤਾ ਲੱਗ ਚੁੱਕਿਆ, ਨਾ ਕੋਈ ਸਰਕਾਰ ਤੁਹਾਨੂੰ ਦੇ ਸਕਦੀ ਹੈ ਤੇ ਨਾ ਹੀ ਕੋਈ ਸਰਕਾਰੀ ਕੰਮ ਹੈ ਜਿਹੜਾ ਉਹ ਹੋ ਸਕਦਾ ਹੈ। ਇਸ ਕਰਕੇ ਇੱਕ ਮਹੀਨਾ ਇਸੇ ਤਰ੍ਹਾਂ ਹੀ ਵੋਟਾਂ ਦੀਆਂ ਖਬਰਾਂ ਆਪਾਂ ਨੂੰ ਸੁਣਾਉਣੀਆਂ ਪੈਣਗੀਆਂ ਤੇ ਤੁਹਾਨੂੰ ਸੁਣਨੀਆਂ ਪੈਣਗੀਆਂ। ਪਹਿਲਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਜਾਣ ਲੈਂਦੇ ਹਾਂ। ਕੱਲ ਦੀ ਲੋਕ ਰਾਏ ਸੀ ਬੇਅਦਬੀ ਕਾਂਡ ਦੀ ਜਾਂਚ ਕਰਨ ਲਈ ਬਣਾਏ ਗਏ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਗਿੱਲ ਨੇ ਬੇਅਦਬੀ ਸਾਜ਼ਿਸ਼ ਦੇ ਲਈ ਡੇਰਾ ਪੈਰੋਕਾਰ ਗੋਲੀਬਾਰੀ ਦੇ ਲਈ ਸੁਮੇਧ ਸੈਣੀ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਦਾਰ ਠਹਿਰਾਇਆ। ਕੀ ਤੁਸੀਂ ਸਹਿਮਤ ਹੋ? ਤਾਂ ਸਾਡੇ 95% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ। ਉਹਨਾਂ ਨੂੰ ਵੀ ਲੱਗਦਾ ਹੈ ਕਿ ਦੋਸ਼ੀ ਇਹੀ ਨੇ ਤੇ 5% ਦਰਸ਼ਕਾਂ ਨੇ ਅਸਹਿਮਤੀ ਵੀ ਜਤਾਈ ਹੈ। ਅੱਜ ਦੀ ਲੋਕ ਰਾਏ ਹੈ। ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੇ ਸਹਿਯੋਗੀ ਪਹਿਲਾਂ ਵੀ ਈਡੀ ਅਤੇ ਆਰਟੀ ਰਾਹੀਂ ਅਜਿਹੀਆਂ ਦਬਾਅ ਦੀਆਂ ਚਾਲਾਂ ਵਰਤ ਚੁੱਕੇ ਨੇ। ਕੀ ਤੁਸੀਂ ਕਾਂਗਰਸ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ? ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਸਾਡੇ ਵਿੱਚੋਂ ਦੋਸ਼ੀ ਕੋਈ ਨਹੀਂ ਹੈ, ਸਿਰਫ ਚਾਲਾਂ ਵਰਤੀਆਂ ਜਾ ਰਹੀਆਂ ਨੇ ਸਾਡੇ ਤੇ ਦਬਾਅ ਪਾਉਣ ਦੇ ਲਈ ਕਿ ਅਸੀਂ ਵੋਟਾਂ ਨਾ ਲੜੀਏ। ਕੀ ਤੁਸੀਂ ਕਾਂਗਰਸ ਦੇ ਇਸ ਬਿਆਨ ਦੇ ਨਾਲ ਸਹਿਮਤ ਹੋ? ਹਾਂ ਲਿਖਿਓ ਜਾਂ ਯੈਸ ਲਿਖਿਓ। ਜੇ ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਕਰਾਂਗੇ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਮੌਸਮ ਦਾ ਹਾਲ ਜ਼ਰੂਰ ਦੱਸ ਦਿੰਨੇ ਆ। ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਘਟਣ ਦਾ ਨਾਮ ਨਹੀਂ ਲੈ ਰਹੀ। ਉਸੇ ਤਰ੍ਹਾਂ ਕਾਂਬਾ ਛਿੜਿਆ ਹੋਇਆ ਹੈ, ਲੋਕਾਂ ਨੂੰ ਤੇ ਪਾਲਾ ਜਿਹੜਾ ਉਹ ਵਧਿਆ ਹੋਇਆ ਹੈ। ਵੀਰਵਾਰ ਨੂੰ ਥੋੜਾ ਜਿਹਾ ਸੂਰਜ ਨੇ ਆਪਣਾ ਮੁਖੜਾ ਦਿਖਾਇਆ ਸੀ, ਹਲਕਾ ਜਿਹਾ ਦਿਖਾਇਆ ਸੀ, ਪਰ ਫਿਰ ਜਿਹੜਾ ਹੈਗਾ ਮੌਸਮ ਉਸੇ ਤਰ੍ਹਾਂ ਦਾ ਹੋ ਗਿਆ ਸੀ। ਸੂਰਜ ਬੱਦਲਾਂ ਦੇ ਓਲੇ ਲੁਕ ਗਿਆ। ਬੁੱਧਵਾਰ ਸ਼ਾਮ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕਾ ਮੀਂਹ ਪਿਆ ਤੇ ਵੀਰਵਾਰ ਸਵੇਰੇ ਵੀ ਹਲਕੀ ਜਿਹੜੀ ਬੂੰਦਾਬਾਂਦੀ ਹੈ ਉਹ ਕਈ ਥਾਵਾਂ ਤੇ ਦੇਖੀ ਗਈ ਤੇ ਬੂੰਦਾਬਾਂਦੀ ਤੋਂ ਬਾਅਦ ਠੰਡ ਹੈ ਜਿਹੜੀ ਉਹ ਵੱਧ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਿਕ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਰੇ ਸ਼ਹਿਰਾਂ ਦੇ ਵਿੱਚ ਵੀ ਤਕਰੀਬਨ ਇਸੇ ਤਰ੍ਹਾਂ ਦਾ ਮੌਸਮ ਰਿਹਾ ਹੈ, ਤਾਪਮਾਨ ਰਿਹਾ ਤੇ ਹਰਿਆਣੇ ਦੇ ਵੀ ਕਰਨਾਲ, ਰੋਹਤਕ ਇਹ ਵੀ 10 ਡਿਗਰੀ ਤੋਂ ਥੱਲੇ ਹੀ ਘੱਟੋ ਘੱਟ ਤਾਪਮਾਨ ਇੱਥੇ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ 22 ਅਤੇ 23 ਤਰੀਕ ਨੂੰ ਫੇਰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਹੋ ਰਹੀ ਹੈ, ਮੈਦਾਨਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਠੰਡ ਹੈ ਜਿਹੜੀ ਉਹ ਕੜਾਕੇ ਦੀ ਚੱਲ ਰਹੀ ਹੈ। ਪੰਜਾਬ ਐਤਕੀ ਸ਼ਿਮਲੇ ਜਿੰਨਾ ਠੰਡਾ ਜਿਹੜਾ ਉਹ ਹੋ ਰਿਹਾ ਹੈ, ਤਾਪਮਾਨ ਜਿਹੜਾ ਉਹਦਾ ਸ਼ਿਮਲੇ ਜਿੰਨਾ ਹੀ ਹੋ ਰਿਹਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਇਸ ਵਾਰੀ ਪਹਿਲੀ ਵਾਰੀ ਇਹ ਕੰਪੈਰੀਜ਼ਨ ਹੈ ਜਿਹੜਾ ਉਹ ਹੋ ਰਿਹਾ ਹੈ ਕਿ ਪੰਜਾਬ ਹੈ ਜਿਹੜਾ ਉਹ ਸ਼ਿਮਲੇ ਵਰਗਾ ਠੰਡਾ ਠਾਰ ਹੋਇਆ ਪਿਆ। ਹੁਣ ਗੱਲ ਕਰਾਂਗੇ ਪੰਜਾਬ ਦੇ ਵਿੱਚ ਈਡੀ ਦੇ ਛਾਪੇ ਜਿਹੜੇ ਪਏ ਨੇ, ਉਸ ਤੋਂ ਬਾਅਦ ਸਿਆਸਤ ਹੈ ਜਿਹੜੀ ਉਹ ਲਗਾਤਾਰ ਤਿੱਖੀ ਹੁੰਦੀ ਜਾ ਰਹੀ ਹੈ। ਪੰਜਾਬ ਕਾਂਗਰਸ ਨੇ ਈਡੀ ਦੇ ਛਾਪਿਆਂ ਤੋਂ ਸਹਿਮ ਕੇ ਹੁਣ ਚੋਣ ਕਮਿਸ਼ਨ ਦਾ ਰੁਖ ਕੀਤਾ ਹੈ। ਕਾਂਗਰਸ ਨੇ ਪੰਜਾਬ ਦੇ ਵਿੱਚ ਈਡੀ ਦੀ ਰੇਡ ਦੇ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਹੈ। ਕਾਂਗਰਸ ਦੀ ਸ਼ਿਕਾਇਤ ਤੇ ਆਨਲਾਈਨ ਸੁਣਵਾਈ ਹੋਈ ਹੈ। ਆਨਲਾਈਨ ਸੁਣਵਾਈ ਦੇ ਵਿੱਚ ਕਾਂਗਰਸ ਦੇ ਵੱਲੋਂ ਸਿੰਘਵੀ ਸੁਰਜੇਵਾਲਾ ਤੇ ਹਰੀਸ਼ ਚੌਧਰੀ ਸ਼ਾਮਿਲ ਹੋਏ ਨੇ। ਕਾਂਗਰਸ ਨੇ ਈਡੀ ਦੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਕਾਂਗਰਸ ਨੇ ਦੋਸ਼ ਲਾਉਂਦਿਆਂ ਈਡੀ ਨੂੰ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਚੋਣ ਕਮਿਸ਼ਨ ਇਸ ਮਾਮਲੇ ਦੇ ਵਿੱਚ ਦਖਲ ਦੇ ਕੇ ਈਡੀ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰੇ। ਇਸ ਦੇ ਨਾਲ ਹੀ ਇੰਡੀਅਨ ਨੈਸ਼ਨਲ ਕਾਂਗਰਸ ਪੰਜਾਬ ਦਾ ਜਿਹੜਾ ਪੇਜ ਹੈ ਉਸ ਤੇ ਵੀ ਸੋਸ਼ਲ ਮੀਡੀਆ ਮੁਹਿੰਮ ਵਿੱਢ ਦਿੱਤੀ ਗਈ ਹੈ ਕਿ ਮੋਦੀ ਅਤੇ ਉਸਦੇ ਸਹਿਯੋਗੀ, ਇਹ ਪ੍ਰੋਪਰ ਜੋ ਡਾਇਲੌਗ ਲਿਖਿਆ ਹੋਇਆ ਉਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਮੋਦੀ ਅਤੇ ਉਸਦੇ ਸਹਿਯੋਗੀ ਪਹਿਲਾਂ ਵੀ ਈਡੀ ਤੇ ਆਈਟੀ ਰਾਹੀਂ ਅਜਿਹੀਆਂ ਦਬਾਅ ਦੀਆਂ ਚਾਲਾਂ ਵਰਤ ਚੁੱਕੇ ਨੇ। #ਪੰਜਾਬ ਚੰਨੀ ਦੇ ਨਾਲ ਹੈ। ਇਸ ਤਰ੍ਹਾਂ ਦੀ ਜਿਹੜੀ ਮੁਹਿੰਮ ਹੈ ਉਹ ਸੋਸ਼ਲ ਮੀਡੀਆ ਤੇ ਚਲਾਈ ਜਾ ਰਹੀ ਹੈ। ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ ਸੀ ਕਿਸਾਨੀ ਸੰਘਰਸ਼ ਦੇ ਦਰਮਿਆਨ, ਉਸ ਬਾਰੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਜਾਣਕਾਰੀ ਦਿੱਤੀ ਹੈ ਕਿ ਹਜ਼ਾਰਾਂ ਕਿਸਾਨ ਸਾਥੀਆਂ ਤੇ ਜਿਹੜੇ ਕੇਸ ਦਰਜ ਕੀਤੇ ਗਏ ਸੀ ਉਹਨਾਂ ਵਿੱਚੋਂ ਬਹੁਤੇ ਰੱਦ ਹੋ ਚੁੱਕੇ ਨੇ, ਪਰ ਹਾਲੇ ਵੀ ਕੁਝ ਕਿਸਾਨ ਲੀਡਰਾਂ ਨੂੰ ਅਦਾਲਤਾਂ ਦੇ ਵੱਲੋਂ ਨੋਟਿਸ ਮਿਲ ਰਹੇ ਨੇ। ਉਹਨਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੈ ਜਿਹੜੀ ਉਹ ਹੋ ਚੁੱਕੀ ਹੈ। ਕੇਸਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਫਿਰ ਵੀ ਜੇ ਕਿਸੇ ਸਾਥੀ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕਿਸੇ ਵੀ ਅਧਿਕਾਰੀ ਕਰਮਚਾਰੀ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਅਸੀਂ ਉਸ ਨੂੰ ਤੰਗ ਨਹੀਂ ਹੋਣ ਦੇਵਾਂਗੇ। ਉਹ ਕਿਸਾਨ ਸਥਾਨਕ ਬਲਾਕ ਜਾਂ ਫਿਰ ਜ਼ਿਲ੍ਹਾ ਪ੍ਰਧਾਨ ਦੇ ਨਾਲ ਸੰਪਰਕ ਜ਼ਰੂਰ ਕਰਨ। साथियों, पता चला है कि हरियाणा के अंदर बहुत से किसानों के पास कोर्ट के नोटिस आ रहे हैं। जो आंदोलन के दौरान मुकदमे बने थे उनके नोटिस आ रहे हैं। फैसला हुआ था कि सरकार सभी केस वापस लेगी। केस वापस लेने की प्रक्रिया जो है वो काफ़ी दिनों से चली हुई है और जो कोर्ट के केस हैं उनमें थोड़ा टाइम ज़्यादा लगता है, जो सीधे पुलिस के केस हैं उनमें थोड़ा टाइम कम लगता है। तो उसकी प्रक्रिया चली हुई है।
तो कोई भाई जो कोर्ट के सम्मन आते हैं या तो वो सम्मन ना ले, और अगर सम्मन आ भी जाए तो किसी भाई को कोर्ट में पेश होने की जरूरत नहीं है जब तक सरकार की तरफ से कोई हाँ या ना का जवाब क्लियर नहीं हो जाता। यात्रा ਦੇ ਨਾਲ ਜੁੜੀ ਖਬਰ ਹੈ। 에ਅਰ ਇੰਡੀਆ ਨੇ ਇੱਕ ਦਿਨ ਪਹਿਲਾਂ ਉਡਾਣਾਂ ਰੱਦ ਕਰਨ ਤੋਂ ਬਾਅਦ ਮੁੜ ਆਪਣੀਆਂ ਉਡਾਣਾਂ ਅਮਰੀਕਾ ਨੂੰ ਸ਼ੁਰੂ ਕਰ ਦਿੱਤੀਆਂ ਨੇ। 에ਅਰ ਇੰਡੀਆ ਨੇ ਬੁੱਧਵਾਰ ਨੂੰ ਅਮਰੀਕਾ ਜਾਣ ਵਾਲੀਆਂ 8 ਉਡਾਣਾਂ ਰੱਦ ਕੀਤੀਆਂ ਸੀ। ਕਾਰਨ ਸੀ ਅਮਰੀਕਾ ਦੇ ਕੁਝ ਇਲਾਕਿਆਂ ਦੇ ਵਿੱਚ 5G ਇੰਟਰਨੈਟ ਦੀ ਸ਼ੁਰੂਆਤ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਇਸ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ ਕਿ 5G ਇੰਟਰਨੈਟ ਦੀ ਦਖਲ-ਅੰਦਾਜ਼ੀ ਨੈਵੀਗੇਸ਼ਨ ਯਾਨੀ ਕਿ ਉੱਚ ਰੀਡਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜੋ ਕਿ ਕੁਝ ਜੈਟਾਂ ਦੇ ਲਈ ਖਰਾਬ ਮੌਸਮ ਦੌਰਾਨ ਲੈਂਡਿੰਗ ਦੇ ਮੁੱਖ ਭੂਮਿਕਾ ਨਿਭਾਉਂਦੀ ਹੈ। ਜਿਹੇ ਦੇ ਵਿੱਚ 에ਅਰ ਇੰਡੀਆ ਨੇ ਵੀ ਭਾਰਤ ਤੋਂ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ ਤੇ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ, ਜਿਹੜੀਆਂ ਵੀਰਵਾਰ ਨੂੰ ਮੁੜ ਸ਼ੁਰੂ ਕਰ ਦਿੱਤੀਆਂ ਨੇ। ਅਧਿਕਾਰੀਆਂ ਨੇ ਦੱਸਿਆ ਕਿ ਬੋਇੰਗ ਨੇ 에ਅਰ ਇੰਡੀਆ ਨੂੰ B777 ਤੇ ਅਮਰੀਕਾ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ ਤੋਂ ਬਾਅਦ ਵੀਰਵਾਰ ਤੜਕੇ ਪਹਿਲੀ ਫਲਾਈਟ JFK ਲਈ ਰਵਾਨਾ ਹੋ ਗਈ। 에ਅਰ ਇੰਡੀਆ ਦੇ ਵੱਲੋਂ ਜਿਹੜੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਦਿੱਲੀ ਤੋਂ ਨਿਊਯਾਰਕ, ਦਿੱਲੀ ਤੋਂ ਸੈਨ ਫਰਾਂਸਿਸਕੋ, ਦਿੱਲੀ ਸ਼ਿਕਾਗੋ ਤੇ ਮੁੰਬਈ ਤੇ ਨਿਊ ਜਰਸੀ ਦੀਆਂ ਉਡਾਣਾਂ ਸ਼ਾਮਲ ਸਨ। ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਗਣਤੰਤਰ ਦਿਹਾੜਾ ਯਾਨੀ ਕਿ 26 ਜਨਵਰੀ ਮਨਾਉਣ ਦੇ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਪਾਬੰਦੀਆਂ 25 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਦੇ ਲਈ ਇਨਡੋਰ ਸਮਾਗਮਾਂ ਦੇ ਵਿੱਚ ਕੇਵਲ 50 ਜਣਿਆਂ ਅਤੇ ਆਊਟਡੋਰ ਸਮਾਗਮਾਂ ਦੇ ਵਿੱਚ ਕੇਵਲ 100 ਜਣਿਆਂ ਤੱਕ ਇਕੱਠ ਕਰਨ ਦੀ ਜਿਹੜੀ ਹੱਦ ਹੈ ਉਹ ਨਿਰਧਾਰਿਤ ਕੀਤੀ ਗਈ ਹੈ। ਦਿੱਲੀ ਦੰਗਿਆਂ ਦੇ ਨਾਲ ਜੁੜੀ ਅਹਿਮ ਖਬਰ ਹੈ। ਦਿੱਲੀ ਦੀ ਅਦਾਲਤ ਨੇ ਫਰਵਰੀ 2020 ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਦੰਗੇ ਹੋਏ ਸੀ ਉਹਨਾਂ ਦੇ ਵਿੱਚ ਪਹਿਲੇ ਦੋਸ਼ੀ ਨੂੰ ਪਹਿਲੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਦੋਸ਼ੀ ਕਰਾਰ ਦਿੱਤੇ ਦਿਨੇਸ਼ ਯਾਦਵ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਪਿਛਲੇ ਮਹੀਨੇ ਵਧੀਕ ਸੈਸ਼ਨ ਜੱਜ ਵਰਿੰਦਰ ਭੱਟ ਨੇ ਦਿਨੇਸ਼ ਯਾਦਵ ਨੂੰ ਇੱਕ ਘਰ ਨੂੰ ਅੱਗ ਲਾਉਣ ਵਾਲੀ ਦੰਗਾਕਾਰੀ ਭੀੜ ਦਾ ਹਿੱਸਾ ਹੋਣ ਦਾ ਦੋਸ਼ੀ ਠਹਿਰਾਇਆ ਸੀ ਤੇ ਦੰਗਿਆਂ ਦੇ ਮਾਮਲੇ ਵਿੱਚ ਇਹ ਪਹਿਲੀ ਸਜ਼ਾ ਹੈ। ਮੁਕੱਦਮੇ ਦੌਰਾਨ ਉਸ ਦੀ ਵਕੀਲ ਸ਼ਿਖਾ ਗਰਗ ਨੇ ਦੱਸਿਆ ਕਿ ਯਾਦਵ ਨੂੰ 12,000 ਰੁਪਏ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਵੀ ਦਿੱਤਾ ਹੈ। ਸਜ਼ਾ ਦੇ ਬਾਰੇ ਜਿਹੜਾ ਪੂਰਾ ਡਿਟੇਲ ਦੇ ਵਿੱਚ ਹੁਕਮ ਹੈ ਉਹ ਹਾਲੇ ਤੱਕ ਖਬਰ ਪੜਨ ਤੱਕ ਅਪਲੋਡ ਨਹੀਂ ਕੀਤਾ ਗਿਆ ਸੀ। 25 ਫਰਵਰੀ ਦੀ ਰਾਤ ਨੂੰ 2020 ਨੂੰ 25 ਫਰਵਰੀ ਦੀ ਰਾਤ ਨੂੰ ਮਨੋਰੀ ਨਾਮ ਦੀ 73 ਸਾਲਾ ਔਰਤ ਦੇ ਘਰ ਨੂੰ ਭੰਨ ਤੋੜ ਕਰਨ ਅਤੇ ਅੱਗ ਲਾਉਣ ਦੇ ਵਿੱਚ ਯਾਦਵ ਨੇ ਹਿੱਸਾ ਲਿਆ ਸੀ। ਜਿਹੜੀ ਭੀੜ ਨੇ ਅੱਗ ਲਾਈ ਸੀ ਉਹਦੇ ਵਿੱਚ ਦਿਨੇਸ਼ ਯਾਦਵ ਵੀ ਸ਼ਾਮਲ ਸੀ। ਮਨੋਰੀ ਨੇ ਦੋਸ਼ ਲਾਇਆ ਸੀ, ਜਿਹੜੀ ਇਸਤਰੀ ਦੇ ਘਰ ਨੂੰ ਅੱਗ ਲਾਈ ਗਈ ਸੀ, ਉਸਨੇ ਦੋਸ਼ ਲਾਇਆ ਸੀ ਕਿ ਕਰੀਬ 150 ਤੋਂ 200 ਦੰਗਾਕਾਰੀਆਂ ਦੀ ਭੀੜ ਨੇ ਮੇਰੇ ਘਰ ਤੇ ਜਦੋਂ ਹਮਲਾ ਕੀਤਾ ਉਦੋਂ ਮੇਰਾ ਪਰਿਵਾਰ ਮੌਜੂਦ ਨਹੀਂ ਸੀ। ਸਾਰਾ ਸਮਾਨ ਇੱਥੋਂ ਤੱਕ ਕਿ ਮੱਝਾਂ ਵੀ ਲੁੱਟ ਲਈਆਂ ਗਈਆਂ। 25 ਸਾਲਾ ਯਾਦਵ ਨੂੰ 8 ਜੂਨ 2020 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਫਰਵਰੀ 2020 ਦੇ ਵਿੱਚ ਉੱਤਰ ਪੂਰਬੀ ਦਿੱਲੀ ਦੇ ਵਿੱਚ ਫਿਰਕੂ ਝੜਪਾਂ ਦੇ ਵਿੱਚ ਘੱਟੋ ਘੱਟ 53 ਲੋਕ ਮਾਰੇ ਗਏ ਸੀ, 700 ਤੋਂ ਵੱਧ ਲੋਕ ਜ਼ਖਮੀ ਹੋਏ ਸੀ ਤੇ ਇੰਨੇ ਵੱਡੇ ਮਾਮਲਿਆਂ ਦੇ ਵਿੱਚ ਪਹਿਲੀ ਸਜ਼ਾ ਦਾ ਐਲਾਨ ਹੋਇਆ। ਗੱਲ ਹੁਣ ਵੋਟਾਂ ਦੀ ਕਰ ਲੈਂਦੇ ਆ। ਵੋਟਾਂ ਪੰਜਾਬ ਦੀਆਂ 2022 ਦਾ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਭਖ ਗਿਆ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਖਬਰ ਤੁਹਾਨੂੰ ਦੱਸਦੇ ਹਾਂ, ਜਿੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸੰਘਰਸ਼ੀਲ ਧਿਰਾਂ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੇਤਾਵਨੀ ਦਿੱਤੀ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਸ ਦੇ ਮੁਤਾਬਿਕ ਜੇਲ੍ਹ ਵਿਭਾਗ ਪੰਜਾਬ ਦੇ ਵੱਲੋਂ ਭੇਜੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਦੀ ਫਾਈਲ ਕਲੀਅਰ ਨਾ ਕਰਦਿਆਂ ਰਿਹਾਈ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਰਕੇ ਹੁਣ ਸਿੱਖ ਪੰਥ ਦੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਨਾਲ ਲੈ ਕੇ 26 ਜਨਵਰੀ ਤੋਂ ਬਾਅਦ ਕੇਜਰੀਵਾਲ ਦੇ ਉਮੀਦਵਾਰਾਂ ਨੂੰ ਥਾਂ-ਥਾਂ ਤੇ ਘੇਰਿਆ ਜਾਵੇਗਾ। ਇਹ ਵੱਡਾ ਐਲਾਨ ਹੈ ਜਿਹੜਾ ਉਹ ਸਿੱਖ ਜਥੇਬੰਦੀਆਂ ਨੇ ਕਰ ਦਿੱਤਾ ਹੈ। ਪੰਥਕ ਲੀਡਰਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸਿੱਖ ਪੰਥ ਦੇ ਸੰਘਰਸ਼ੀਲ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਤੱਕ ਸੀਮਿਤ ਨਾ ਹੋ ਕੇ ਕੌਮ ਦਾ ਭਾਵਨਾਤਮਕ ਅਤੇ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ। ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਕੋਈ ਵੀ ਕਾਨੂੰਨੀ ਅੜਿੱਕਾ ਕਹਿੰਦੇ ਬਾਕੀ ਨਹੀਂ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਜ਼ਾ ਸਮੀਖਿਆ ਸੈਂਟੈਂਸ ਰਿਵਿਊ ਬੋਰਡ ਦੇ ਵੱਲੋਂ ਭਾਵੇਂ 2020 ਦੇ ਵਿੱਚ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਖਾਰਜ ਕੀਤਾ ਗਿਆ ਸੀ, ਪਰ 9 ਦਸੰਬਰ 2021 ਨੂੰ ਜਦੋਂ ਸੁਪਰੀਮ ਕੋਰਟ ਨੇ ਭੁੱਲਰ ਦੀ ਰਿਹਾਈ ਦੇ ਆਖਰੀ ਅੜਿੱਕੇ ਵਜੋਂ ਮਨਿੰਦਰ ਸਿੰਘ ਬਿੱਟੇ ਦੀ ਰਿਟ ਖਾਰਜ ਕਰਨ ਤੋਂ ਬਾਅਦ ਹੁਣ ਕੋਈ ਕਾਨੂੰਨੀ ਅੜਿੱਕਾ ਰਹਿ ਹੀ ਨਹੀਂ ਗਿਆ। ਫਿਰ ਵੀ ਕੇਜਰੀਵਾਲ ਸਰਕਾਰ ਇਸ ਤੇ ਸਹੀ ਕਿਉਂ ਨਹੀਂ ਪਾ ਰਹੀ? ਉਹਨਾਂ ਮੰਗ ਕੀਤੀ ਹੈ ਕਿ ਕੇਜਰੀਵਾਲ ਸਰਕਾਰ ਤੁਰੰਤ ਫੈਸਲਾ ਲਵੇ, ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰਵਾਏ। ਦਿੱਲੀ ਦੀ ਮੁੱਖ ਮੰਤਰੀ ਹੁੰਦਿਆਂ ਕਹਿੰਦੇ ਸ਼ੀਲਾ ਦੀਕਸ਼ਿਤ ਨੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਲਲਿਤ ਮਾਕਨ ਕਤਲ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਨੂੰ ਰਿਹਾ ਕੀਤਾ ਸੀ। ਬਾਵਜੂਦ ਇਸ ਦੇ ਉਹ 2 ਵਾਰ ਦਿੱਲੀ ਦੀ ਮੁੱਖ ਮੰਤਰੀ ਬਣੀ। ਫਿਰ ਕੇਜਰੀਵਾਲ ਕਿਉਂ ਵੋਟ ਰਾਜਨੀਤੀ ਤੋਂ ਡਰ ਰਹੇ ਨੇ? ਕੀ ਇਹੀ ਸਮਝਿਆ ਜਾਵੇ ਕਿ ਅੰਦਰੂਨੀ ਤੌਰ ਤੇ ਕੇਜਰੀਵਾਲ ਸਿੱਖ ਵਿਰੋਧੀ ਨੇ?
ਕਿਉਂਕਿ ਉਹ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਕਲੀਅਰ ਹੋਈ ਫਾਈਲ ਤੇ ਸਾਈਨ ਨਹੀਂ ਕਰ ਰਹੇ। ਕਿਉਂ ਨਹੀਂ ਕਰ ਰਹੇ, ਇਹ ਕੇਜਰੀਵਾਲ ਸਪਸ਼ਟ ਕਰਨ। ਉਧਰ ਆਮ ਆਦਮੀ ਪਾਰਟੀ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਜਿਨ੍ਹਾਂ ਨੂੰ ਹੁਣ ਸੀਐਮ ਚਿਹਰਾ ਵੀ ਬਣਾ ਦਿੱਤਾ ਗਿਆ ਹੈ, ਉਹਨਾਂ ਨੂੰ ਧੂਰੀ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ ਹੈ। ਭਗਵੰਤ ਮਾਨ ਨੂੰ ਹਾਲੇ 2 ਦਿਨ ਪਹਿਲਾਂ ਹੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਉਮੀਦਵਾਰ ਹੈ ਜਿਹੜਾ ਉਹ ਐਲਾਨਿਆ ਸੀ। ਇਸ ਤੋਂ ਪਹਿਲਾਂ 2 ਵਾਰੀ ਲੋਕ ਸਭਾ ਹਲਕਾ ਸੰਗਰੂਰ ਧੂਰੀ ਤੋਂ ਚੋਣ ਜਿੱਤ ਚੁੱਕੇ ਨੇ ਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਦਿਗਜਾਂ ਨੂੰ ਪਿੱਠ ਲਵਾਈ ਹੈ ਭਗਵੰਤ ਮਾਨ ਨੇ ਤੇ ਉਹਨਾਂ ਦੇ ਨਾਮ ਦਾ ਰਸਮੀ ਐਲਾਨ ਰਾਘਵ ਚੱਡਾ ਨੇ ਕੀਤਾ ਹੈ। ਚੱਡਾ ਨੇ ਕਿਹਾ ਕਿ ਭਗਵੰਤ ਮਾਨ ਦਾ ਆਪਣਾ ਇਲਾਕਾ ਹੈ, ਸਾਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਵੱਡੇ ਫਰਕ ਨਾਲ ਜਿਤਾਉਣਗੇ ਤੇ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਨੇ। ਪੱਕੀ ਗੱਲ ਹੈ ਕਿ ਸਾਡੀ ਹੀ ਸਰਕਾਰ ਬਣੂਗੀ। ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਜੋੜੀ 1 ਤੇ 1 11 ਸਾबित ਹੋਵੇਗੀ, ਇਹ ਦਾਅਵਾ ਕੀਤਾ ਚੱਡਾ ਨੇ। बताते हुए दसदे हुए बड़ी खुशी है कि पंजाब दी आन बान ते शान साडा मान आम आदमी पार्टी दे 2022 इलैक्शंस दे सीएम चेहरे भगवंत मान साहब धूरी हलके तो इलैक्शन लड़न जा रहे ने। धूरी हलका संगरूर जिले च आंदा है, जिधर मान साहब दा अपना घर भी है। धूरी हलका संगरूर लोक सभा सीट दे विच भी आंदा है। ਆਮ ਆਦਮੀ ਪਾਰਟੀ ਹੁਣ ਤੱਕ 112 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਸੀ ਤੇ 13ਵਾਂ ਹੁਣ ਭਗਵੰਤ ਮਾਨ ਦਾ ਹੋ ਗਿਆ। 113 ਪੂਰੇ ਹੋ ਚੁੱਕੇ ਨੇ ਤੇ 4 ਉਮੀਦਵਾਰ ਨੇ ਜਿਹੜੇ ਉਹ ਇਸ ਪਾਰਟੀ ਦੇ ਵੱਲੋਂ ਐਲਾਨਣੇ ਰਹਿ ਗਏ ਨੇ। ਧੂਰੀ ਵਿਧਾਨ ਸਭਾ ਹਲਕਾ ਭਗਵੰਤ ਮਾਨ ਦੇ ਲੋਕ ਸਭਾ ਹਲਕੇ ਸੰਗਰੂਰ ਦਾ ਹੀ ਹਿੱਸਾ ਹੈ। ਪਿਛਲੀ ਵਾਰੀ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਸੀ। ਆਮ ਆਦਮੀ ਪਾਰਟੀ ਦਾ ਉਮੀਦਵਾਰ ਥੋੜੇ ਫਰਕ ਦੇ ਨਾਲ ਹਾਰ ਗਿਆ ਸੀ। ਭਗਵੰਤ ਮਾਨ ਵਿਧਾਨ ਸਭਾ ਹਲਕਾ ਧੂਰੀ ਤੋਂ 30,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਦੇ ਰਹੇ ਨੇ। ਭਗਵੰਤ ਮਾਨ ਨੇ ਵੀ ਧੂਰੀ ਤੋਂ ਉਮੀਦਵਾਰ ਬਣਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਮੈਂ ਹਲਕਾ ਵਾਸੀਆਂ ਦੀ ਸੇਵਾ ਕਰਨ ਲਈ ਆਪਣੀ ਰਿਹਾਇਸ਼ ਸਤੌਜ ਤੋਂ ਹੁਣ ਧੂਰੀ ਸ਼ਿਫਟ ਕਰਨ ਦਾ ਮਨ ਬਣਾ ਚੁੱਕਿਆ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਪਾਰਟੀ ਨੇ ਇਹ ਕਿਹਾ ਕਿ ਤੁਸੀਂ ਧੂਰੀ ਤੋਂ ਲੜਨਾ ਹੈ। ਧੂਰੀ ਜਿਹੜਾ ਹੈ ਉਹ ਤੁਹਾਡਾ ਵਿਧਾਨ ਸਭਾ ਦਾ ਹਲਕਾ ਜਿਹੜਾ ਹੋਊਗਾ ਇਸ ਵਾਰ 2022 ਚ। ਤੇ ਧੂਰੀ ਦੇ ਲੋਕਾਂ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ, ਸ਼ਾਇਦ ਉਸ ਪਿਆਰ ਦਾ ਕਰਜ਼ਾ ਉਤਾਰਨ ਲਈ ਮੈਨੂੰ ਕਈ ਜਨਮ ਲੈਣੇ ਪੈਣਗੇ, ਕਿਉਂਕਿ 2014 ਦੇ ਵਿੱਚ ਧੂਰੀ ਜਿਹੜੀ ਹੈ 30,000 ਤੋਂ ਵੀ ਉੱਪਰ ਵੋਟਾਂ ਤੇ ਜਿੱਤੀ ਗਈ ਸੀ ਤੇ 2017 ਚ ਛੋਟੇ ਜਿਹੇ ਮਾਰਜਨ ਨਾਲ, ਬਹੁਤ ਘੱਟ ਫਰਕ ਨਾਲ ਧੂਰੀ ਜਿਹੜੀ ਹੈ ਉਹ ਹਾਰ ਗਏ ਸੀ ਸਾਡੇ ਕੈਂਡੀਡੇਟ। ਪਰ 2019 ਚ ਫਿਰ 30,000 ਵੋਟਾਂ ਨਾਲ ਲੋਕਾਂ ਨੇ ਪਿਆਰ ਦਿੱਤਾ, ਹਾਲਾਂਕਿ MLA ਜਿਹੜਾ ਸੀ ਉਹ ਸੱਤਾਧਾਰੀ ਸੀ। ਸੋ ਧੂਰੀ ਵਾਲਿਓ, ਹਮੇਸ਼ਾ ਤੁਹਾਡੇ ਨਾਲ ਖੜਦੇ ਹਾਂ, ਤੁਹਾਡੇ ਨਾਲ ਰਹਿੰਦੇ ਹਾਂ, ਤੁਹਾਡੇ ਵਰਗੇ ਹਾਂ ਤੁਹਾਡੇ ਦੁੱਖਾਂ ਸੁੱਖਾਂ 'ਚ। ਤੇ ਤੁਹਾਨੂੰ ਵੀ ਵਧਾਈਆਂ ਕਿ ਇਸ ਗੱਲ ਦੀਆਂ ਕਿ ਧੂਰੀ ਚੁਣਿਆ ਗਿਆ ਹੈ, ਕਿਉਂਕਿ ਧੂਰੀ ਦੇ ਲੋਕਾਂ ਤੇ ਆਮ ਆਦਮੀ ਪਾਰਟੀ ਨੂੰ ਇੰਨਾ ਯਕੀਨ ਹੈ ਕਿ ਇਹ ਲੋਕ ਜਿਹੜੇ ਨੇ ਕ੍ਰਾਂਤੀਕਾਰੀ ਲੋਕ ਨੇ ਔਰ ਇਹ ਧੂਰੀ ਰਾਈਟਰਾਂ ਦਾ, ਸ਼ਹੀਦਾਂ ਦਾ ਔਰ ਬੜੇ ਬੜੇ ਸ਼ਾਇਰਾਂ ਦਾ ਜਿਹੜਾ ਹਲਕਾ ਹੈ। ਸੋ ਮੈਂ ਆਊਂਗਾ, ਤੁਹਾਡੇ ਵਿੱਚ ਆਊਂਗਾ। ਵੈਸੇ ਮੇਰੀ ਡਿਊਟੀ ਸਾਰੇ ਪੰਜਾਬ 'ਚ ਲੱਗੂਗੀ, ਪਰ ਧੂਰੀ ਦੇ ਵਿੱਚ ਮੈਂ ਤਾਂ ਪਹਿਲਾਂ ਵੀ ਸੰਗਰੂਰ ਕਿਰਾਏ ਦੇ ਘਰ 'ਤੇ ਰਹਿਣਾ, ਧੂਰੀ ਰਹਿਣ ਲੱਗ ਜਾਂਗੇ। ਸੋ ਇਸ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦੇ ਹਮੇਸ਼ਾ ਸਾਥੀ ਰਵਾਂਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਜਿਹੜਾ ਹੈ ਮੈਨੂੰ ਦਿਓਗੇ। ਧੂਰੀ ਤੋਂ ਕਾਂਗਰਸ ਨੇ ਵਿਦਿਆਰਥੀ ਲੀਡਰ ਦਲਵੀਰ ਸਿੰਘ ਗੋਲਡੀ ਨੂੰ ਉਮੀਦਵਾਰ ਬਣਾਇਆ ਹੈ ਅਤੇ ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਨੂੰ ਇੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਰਾਘਵ ਚੱਡਾ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਈਡੀ ਬਾਰੇ ਜ਼ਾਹਿਰ ਤੌਰ ਤੇ ਗੱਲ ਹੋਣੀ ਸੀ ਤਾਂ ਰਾਘਵ ਚੱਡਾ ਨੇ ਕਿਹਾ ਕਿ ਈਡੀ ਨੇ ਅਰਵਿੰਦ ਕੇਜਰੀਵਾਲ ਅਤੇ ਚਰਨਜੀਤ ਸਿੰਘ ਚੰਨੀ ਦੋਵਾਂ ਦੇ ਖਿਲਾਫ ਰੇਡਾਂ ਕੀਤੀਆਂ ਨੇ। ਦੋਵੇਂ ਸਿਆਸਤ ਤੋਂ ਪ੍ਰੇਰਿਤ ਨੇ, ਪਰ ਫਰਕ ਸਿਰਫ ਇੰਨਾ ਹੈ ਕੇਜਰੀਵਾਲ ਦੇ ਘਰੋਂ 10 ਮਫਲਰ ਮਿਲੇ ਸੀ ਜਦਕਿ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਦੀ ਨਗਦੀ ਤੇ ਹੋਰ ਕਾਫੀ ਕੁਝ ਮਿਲਿਆ ਹੈ। ਫਿਰ ਉਹਨਾਂ ਨੂੰ ਇਹ ਸਵਾਲ ਕੀਤਾ ਪੱਤਰਕਾਰਾਂ ਨੇ ਕਿ ਕੇਜਰੀਵਾਲ ਦੇ ਘਰੋਂ ਨਗਦੀ ਵੀ ਬਰਾਮਦ ਹੋਈ ਹੈ, ਸਬੂਤ ਵਜੋਂ ਫੋਟੋਆਂ ਕਾਂਗਰਸ ਨੇ ਨਸ਼ਰ ਕੀਤੀਆਂ ਨੇ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਸਭ ਜਾਲੀ ਤੇ ਫਜ਼ੂਲ ਗੱਲਾਂ ਨੇ, ਫੇਕ ਗੱਲਾਂ ਨੇ। चन्नी साहब के भतीजे के पास यह दौलत नहीं थी। सिर्फ 111 दिन जब चन्नी साहब सीएम रहे, एक भतीजे के पास अगर 10 करोड़ और 56 करोड़ की एंट्रियां आ गई तो सोचो बाकी भतीजों और रिश्तेदारों के पास क्या क्या आया होगा, और सोचो कि चन्नी साहब के पास क्या क्या आया होगा, और सोचो कि 111 दिन की बजाय अगर चन्नी साहब 5 साल मुख्यमंत्री रह जाते तो क्या क्या कमा लेते, कितना लूट लेते पंजाब को। चन्नी साहब ने बादलों को और कैप्टन साहब को सबको पीछे छोड़ दिया, बड़ी लंबी लकीर खींची, कमाल कर दिया है।
ਤੇ ਆਮ ਆਦਮੀ ਪਾਰਟੀ ਦੀ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ, ਰਾਘਵ ਚੱਡਾ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਵੀ ਹੋਈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਸੰਬੰਧੀ ਨਾਅਰੇਬਾਜ਼ੀ ਹੋਈ, ਪਰ ਨਾਅਰੇਬਾਜ਼ੀ ਕਰਨ ਵਾਲੇ ਕੌਣ ਸਨ ਇਹ ਹਾਲੇ ਤੱਕ ਨਹੀਂ ਪਤਾ ਲੱਗ ਪਾਇਆ ਹੈ। ਪਰ ਆਵਾਜ਼ਾਂ ਨੇ ਜਿਹੜੀਆਂ ਉਹ ਵਿਰੋਧ ਦੀਆਂ ਆਉਂਦੀਆਂ ਰਹੀਆਂ ਤੇ ਜਦੋਂ ਪੱਤਰਕਾਰਾਂ ਨੇ ਭੁੱਲਰ ਦੀ ਰਿਹਾਈ ਦਾ ਸਵਾਲ ਪੁੱਛਿਆ ਤਾਂ ਰਾਘਵ ਚੱਡਾ ਉਸ ਸਵਾਲ ਨੂੰ ਟਾਲ ਗਏ, ਕਹਿੰਦੇ ਫੇਰ ਕਦੇ ਗੱਲ ਕਰਾਂਗੇ। ਬਾਹਰ ਮੁਰਦਾਬਾਦ ਹੋ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਲੈ ਕੇ ਬਾਹਰ ਕੇਜਰੀਵਾਲ ਮੁਰਦਾਬਾਦ ਦੇ ਨਾਅਰੇ ਲੱਗ ਰਹੇ ਨੇ। ਭਗਵੰਤ ਮਾਨ ਆਮ ਆਦਮੀ ਪਾਰਟੀ ਇਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸੋਸ਼ਲ ਮੀਡੀਆ ਕੇਡਰ ਹੈਗਾ ਉਹ ਇਸ ਵਕਤ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੋਂ ਮੋਹਰੀ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਕੋਲ ਵੱਡੀ ਟੀਮ ਮੰਨੀ ਜਾ ਰਹੀ ਹੈ ਤੇ ਵੱਡੀ ਟੀਮ ਦਾ ਕੰਮ ਵੀ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਹੈ ਜਿਹੜਾ ਭਗਵੰਤ ਮਾਨ ਦੇ ਹੱਕ ਦੇ ਵਿੱਚ ਅਤੇ ਜਿਹੜਾ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ, ਕੰਪੈਰੀਜ਼ਨ ਕੀਤਾ ਜਾ ਰਿਹਾ ਹੈ। ਤੇ ਬੜੀ ਦਿਲਚਸਪ ਗੱਲ ਇਹ ਹੈ ਕਿ ਮੁਕਾਬਲਾ ਸਿਰਫ ਤੇ ਸਿਰਫ ਕਾਂਗਰਸ ਦੇ ਨਾਲ ਹੀ ਸਮਝਿਆ ਜਾ ਰਿਹਾ ਹੈ, ਅਕਾਲੀ ਦਲ ਨੂੰ ਮੁਕਾਬਲੇ ਦੀ ਰੇਸ ਦੇ ਵਿੱਚ ਹੀ ਨਹੀਂ ਸਮਝਿਆ ਜਾ ਰਿਹਾ। ਭਗਵੰਤ ਮਾਨ ਵਰਸਸ ਬੇਈਮਾਨ, ਇੱਕ ਪਾਸੇ ਭਗਵੰਤ ਮਾਨ ਦੀ ਫੋਟੋ ਹੈ, ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਦੀ। ਕਹਿੰਦੇ ਭਗਵੰਤ ਮਾਨ ਜਨਤਾ ਦੀ ਪਹਿਲੀ ਪਸੰਦ ਹੈ, ਬੇਈਮਾਨ ਯਾਨੀ ਕਿ ਚਰਨਜੀਤ ਸਿੰਘ ਚੰਨੀ ਨੂੰ ਕਹਿ ਰਹੇ ਨੇ ਕਿ ਉਹ ਰੇਤ ਮਾਫੀਆ ਦੀ ਪਹਿਲੀ ਪਸੰਦ ਨੇ। ਭਗਵੰਤ ਮਾਨ ਦਾ ਜਨਤਾ ਦੇ ਨਾਲ ਲਗਾ ਹੈ ਤੇ ਚਰਨਜੀਤ ਸਿੰਘ ਚੰਨੀ ਦਾ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਲਗਾ ਹੈ। ਸੋ ਇਸ ਤਰ੍ਹਾਂ ਦੇ ਪੋਸਟਰ ਨੇ ਜਿਹੜੇ ਉਹ ਸਾਂਝੇ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਕਾਂਗਰਸ ਦੇ ਵੱਲੋਂ ਵੀ ਲਗਾਤਾਰ ਹੈ ਜਿਹੜਾ ਉਹ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਦਾ ਜਿਹੜਾ ਸੋਸ਼ਲ ਮੀਡੀਆ ਵਿੰਗ ਹੈ ਉਹ ਇਸ ਵਕਤ ਈਡੀ ਦੀਆਂ ਜਿਹੜੀਆਂ ਰੇਡਾਂ ਹੈਗੀਆਂ ਨੇ ਉਹਨਾਂ ਤੇ ਹੀ ਕੇਂਦਰਿਤ ਹੈ। ਬੀਜੇਪੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਕਹਿੰਦੇ ਦਿੱਲੀ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀਆਂ ਨੂੰ ਕਿਸੇ ਦਾ ਡਰ ਨਹੀਂ ਹੈ, ਪੰਜਾਬੀ ਕਿਸੇ ਤੋਂ ਨਹੀਂ ਡਰਦੇ ਤੇ ਸਾਰਾ ਜਿਹੜਾ ਹੈਗਾ ਇਹਨੂੰ ਸਿਆਸੀ ਦਬਾਅ ਦੱਸਿਆ ਜਾ ਰਿਹਾ ਹੈ। ਜੇ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਵਿੰਗ ਦੀ ਗੱਲ ਕਰ ਲਈਏ ਤਾਂ ਉਹ ਵੀ ਲਗਾਤਾਰ ਧੂਆਂਧਾਰ ਪ੍ਰਚਾਰ ਕਰ ਰਹੇ ਨੇ। ਉਹ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਖਿੱਚ ਰਹੇ ਨੇ, ਝੂਠਾਂ ਦੀ ਗੱਲ ਕਰ ਰਹੇ ਨੇ। ਪੰਜਾਬ ਦੇ ਵਿੱਚ ਜ਼ਰੂਰ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਏਗੀ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਨੌਜਵਾਨਾਂ ਨੂੰ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਕੱਪ, ਵਿਸ਼ਵ ਕਬੱਡੀ ਕੱਪ, ਕਬੱਡੀ ਲੀਗ ਦੀ ਮੁੜ ਸ਼ੁਰੂਆਤ ਕਰਾਂਗੇ। ਜੋ ਕਿਹਾ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ, ਇਸ ਤਰ੍ਹਾਂ ਦੇ ਨਾਅਰੇ ਨਾਲ ਅਕਾਲੀ ਦਲ ਵੀ ਪ੍ਰਚਾਰ ਕਰ ਰਿਹਾ ਹੈ। ਇਸੇ ਦਰਮਿਆਨ ਖਬਰ ਮਿਲੀ ਹੈ ਕਿ ਨਕੋਦਰ ਦੇ ਪਿੰਡ ਚੂੜ ਦੇ ਵਿੱਚ ਫਾਇਰਿੰਗ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਚੋਣ ਸਭਾ ਚੱਲ ਰਹੀ ਸੀ, ਉਸ ਦੇ ਵਿੱਚ ਦੋ ਧਿਰਾਂ ਦੇ ਵੱਲੋਂ ਫਾਇਰਿੰਗ ਦੀ ਖਬਰ ਮਿਲੀ ਹੈ। ਪੰਜਾਬ ਦੇ ਵਿੱਚ ਅਕਾਲੀ, ਬਸਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਬਿਨਾਂ ਇੱਕ ਕਿਸਾਨਾਂ ਦੀ ਪਾਰਟੀ ਹੈ, ਗੱਠਜੋੜ ਪਾਰਟੀ ਹੈ ਤੇ ਇੱਕ ਜਿਹੜੀ ਬੀਜੇਪੀ ਕੈਪਟਨ ਦੀ ਪਾਰਟੀ ਤੇ ਢੀਂਡਸਾ ਦੀ ਪਾਰਟੀ, ਇਹਨਾਂ ਦਾ ਗੱਠਜੋੜ ਹੈ। ਇਹਨਾਂ ਦੇ ਵੱਲੋਂ ਸੀਟਾਂ ਦੀ ਅਨਾਉਂਸਮੈਂਟ ਤਾਂ ਨਹੀਂ ਕੀਤੀ ਗਈ ਪਰ ਖਬਰ ਮਿਲੀ ਹੈ ਕਿ ਸੀਟਾਂ ਦੀ ਵੰਡ ਤਕਰੀਬਨ ਹੋ ਚੁੱਕੀ ਹੈ। ਬੀਜੇਪੀ ਨੂੰ 60 ਸੀਟਾਂ, ਪੰਜਾਬ ਲੋਕ ਕਾਂਗਰਸ ਯਾਨੀ ਕਿ ਕੈਪਟਨ ਦੀ ਪਾਰਟੀ ਨੂੰ 40 ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਨੂੰ 12 ਸੀਟਾਂ ਨੇ ਜਿਹੜੀਆਂ ਉਹ ਤਕਰੀਬਨ ਫਾਈਨਲ ਕਰ ਦਿੱਤੀਆਂ ਗਈਆਂ ਨੇ। ਬੈਂਸ ਭਰਾਵਾਂ ਨੂੰ ਵੀ 5 ਸੀਟਾਂ ਦੀ ਪੇਸ਼ਕਸ਼ ਹੈ ਜਿਹੜੀ ਉਹ ਕੀਤੀ ਜਾ ਚੁੱਕੀ ਹੈ। ਬਹੁਤੀਆਂ ਸੀਟਾਂ ਬਾਰੇ ਆਪਸੀ ਸਹਿਮਤੀ ਦੇ ਨਾਲ ਫੈਸਲਾ ਜਿਹੜਾ ਹੋ ਚੁੱਕਿਆ, ਸਹਿਮਤੀ ਬਣ ਚੁੱਕੀ ਹੈ, ਇਹ ਖਬਰ ਮਿਲੀ ਹੈ। ਪਰ ਅਨਾਉਂਸਮੈਂਟ ਦੀ ਵੇਟ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਇੱਕ ਹੋਰ ਪਾਰਟੀ, ਨਿੱਕੀਆਂ ਕਾਫੀ ਪਾਰਟੀਆਂ ਜਿਹੜੀਆਂ ਉਹ ਹੋਂਦ ਦੇ ਵਿੱਚ ਆਉਂਦੀਆਂ ਨੇ ਵਿਧਾਨ ਸਭਾ ਚੋਣਾਂ ਦੇ ਵੇਲੇ। ਇੱਕ ਹੈ ਸਾਂਝਾ ਪੰਜਾਬ ਪਾਰਟੀ, ਉਹਨਾਂ ਨੇ ਵੀ ਵਿਧਾਨ ਸਭਾ ਚੋਣਾਂ ਦੇ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। 15 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਰਾਜਿਆਣਾ, ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਚੌਹਾਨ ਤੇ ਸਕੱਤਰ ਜਨਰਲ ਸੁਰਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪਾਰਟੀ ਦਾ ਮਨੋਰਥ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਨਵੇਂ ਪੰਜਾਬ ਦੀ ਸਿਰਜਣਾ ਕਰਨਾ ਹੋਏਗਾ। ਇਸ ਦੇ ਨਾਲ ਹੀ ਸੂਬੇ ਨੂੰ ਕਾਰਪੋਰੇਟਾਂ ਦੇ ਹੱਥਾਂ ਚੋਂ ਕੱਢ ਕੇ ਆਮਦਨ ਵਾਲੇ ਸਰੋਤਾਂ ਤੋਂ ਜਿਹੜਾ ਹੈਗਾ ਉਹ ਖਜ਼ਾਨਾ ਭਰਿਆ ਜਾਵੇਗਾ। ਵਿਧਾਇਕਾਂ ਦੀ ਤਨਖਾਹ ਸਿਰਫ 40,000 ਰੁਪਏ ਮਹੀਨਾ ਕਰ ਦਿਆਂਗੇ। ਇੱਕ ਸੁਰੱਖਿਆ ਕਰਮਚਾਰੀ ਦੇਾਂਗੇ, ਇਸ ਤੋਂ ਵੱਧ ਨਹੀਂ ਦੇਾਂਗੇ। ਸਰਕਾਰੀ ਸਿਹਤ ਸਹੂਲਤਾਂ ਨੂੰ ਬਿਹਤਰ ਬਣਾ ਕੇ ਮੁਫਤ ਕਰਾਂਗੇ। ਪਹਿਲੀ ਤੋਂ ਲੈ ਕੇ ਉੱਚ ਵਿਦਿਆਰਥੀਆਂ ਨੂੰ ਮੁਫਤ ਜਿਹੜੀ ਉਹ ਦਿੱਤੀ ਜਾਏਗੀ ਜਦੋਂ ਤੱਕ ਉਹ ਪੜ੍ਹਨਾ ਚਾਹੁੰਦੇ ਨੇ। ਬੇਜ਼ਮੀਨਾਂ ਨੂੰ 5 ਲੱਖ ਤੱਕ ਦਾ ਕਰਜ਼ਾ ਬਿਨਾਂ ਗਰੰਟੀ ਦਿੱਤਾ ਜਾਏਗਾ। ਪੰਜਾਬੀਆਂ ਸਿਰ ਚੜੇ ਸਰਕਾਰੀ ਤੇ ਨਿੱਜੀ ਕਰਜ਼ੇ ਮਾਫ ਕੀਤੇ ਜਾਣਗੇ। ਸੋ ਵਾਅਦੇ ਬਹੁਤ ਵੱਡੇ ਨੇ। ਹੁਣ ਦੇਖੋ ਇਹ ਪਾਰਟੀ ਹੈ ਜਿਹੜੀ ਉਹ ਕਿੰਨਾ ਕੁ ਕੰਮ ਕਰ ਦਿਖਾਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ। ਕੋਵਿਡ ਪੋਜ਼ਿਟਿਵ ਆਏ ਨੇ, ਕਰੋਨਾ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਹ ਹਸਪਤਾਲ ਲੁਧਿਆਣਾ ਦਾ DMC ਹਸਪਤਾਲ ਦੇ ਵਿੱਚ ਦਾਖਲ ਨੇ ਤੇ ਪਤਾ ਲੱਗਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋਇਆ ਹੈ।
ਮਾਛੀਵਾੜੇ ਤੋਂ ਖਬਰ ਹੈ ਜਿੱਥੇ ਜੰਗਲਾਤ ਵਿਭਾਗ ਦੀ ਲੱਖਾਂ ਦੀ ਲੱਕੜ ਚੋਰੀ ਹੋ ਗਈ ਹੈ। ਮਾਛੀਵਾੜਾ ਸਾਹਿਬ ਦੇ ਪਿੰਡ ਈਸਾਪੁਰ ਦੇ ਵਿੱਚ ਜੰਗਲਾਤ ਵਿਭਾਗ ਦੀ ਲੱਖਾਂ ਰੁਪਏ ਦੀ ਲੱਕੜ ਹੈ ਜਿਹੜੀ ਉਹ ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਸੱਤਾਧਾਰੀ ਪਾਰਟੀ ਕਾਂਗਰਸ ਨਾਲ ਸੰਬੰਧਿਤ ਇਲਾਕੇ ਦੇ ਸਾਬਕਾ ਕੌਂਸਲਰ ਤੇ ਇੱਕ ਪਿੰਡ ਦੇ ਸਰਪੰਚ ਤੇ ਇਹਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਹਿੰਦੇ ਲੱਕੜ ਚੋਰੀ ਕੀਤੀ ਹੈ ਲੱਖਾਂ ਰੁਪਏ ਦੀ। ਇਹ ਲੱਕੜੀ ਖੈਰ ਕਿਸਮ ਦੇ ਰੁੱਖਾਂ ਦੀ ਸੀ ਜੋ ਕਿ 7 ਤੋਂ 8000 ਰੁਪਏ ਪ੍ਰਤੀ ਕੁਇੰਟਲ ਵਿਕਦੀ ਹੈ। ਜੰਗਲਾਤ ਵਿਭਾਗ ਨੇ ਇਹਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਜ਼ਿਲ੍ਹਾ ਜੰਗਲਾਤ ਵਿਭਾਗ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਦਰਅਸਲ ਈਸਾਪੁਰ ਪਿੰਡ ਦੇ ਨਾਲ ਲੱਗਦੇ ਦਰਿਆ ਦੇ ਬੰਨ ਨੇੜੇ ਝੁੱਗੀਆਂ ਦੇ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਸਾਬਕਾ ਕੌਂਸਲਰ ਤੇ ਸਰਪੰਚ ਉਹਨਾਂ ਕੋਲੇ ਆਏ ਸੀ। ਰਾਤ ਨੂੰ ਉਹਨਾਂ ਨੇ ਰੁੱਖ ਵੱਢਣ ਦੇ ਵਿੱਚ ਮਦਦ ਮੰਗਦਿਆਂ 900 ਰੁਪਏ ਦੇਣ ਦੀ ਗੱਲ ਵੀ ਆਖੀ ਸੀ ਤੇ ਫਿਰ ਇਹ ਲੋਕ ਨੇ ਜਿਹੜੇ ਉਹ ਰੁੱਖ ਵੱਢ ਕੇ ਲੱਕੜਾਂ ਆਪਣੇ ਨਾਲ ਲੈ ਗਏ ਸੀ। ਕੋਈ ਪੈਸਾ ਕਹਿੰਦੇ ਸਾਨੂੰ ਇਹਨਾਂ ਨੇ ਦਿੱਤਾ ਨਹੀਂ, ਲੱਕੜਾਂ ਸਾਡੇ ਤੋਂ ਵਢਵਾ ਲਈਆਂ। ਪੰਜਾਬ ਚੋਣਾਂ ਦੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਨੇ ਆ। ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਪਹਿਲਾਂ ਚੱਲਦਾ ਸੀ ਫਿਰ ਉਹ ਜਨਤਕ ਹੋ ਗਿਆ। ਫਿਰ ਉਸ ਕਲੇਸ਼ ਤੋਂ ਬਾਅਦ ਅੱਗੇ ਦੀ ਅੱਗੇ ਸਟ੍ਰੈਚ ਹੁੰਦਾ ਹੋਇਆ ਇੰਨਾ ਵੱਧ ਗਿਆ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਤੱਕ ਬਦਲ ਦਿੱਤੀ ਗਈ ਸੀ। ਤੇ ਹੁਣ ਵੀ ਕਲੇਸ਼ ਦੇ ਵਿਚਾਲੇ ਇੱਕ ਵਾਇਰਲ ਹੋਇਆ ਆਡੀਓ ਜਿਸ ਨੇ ਹਲਚਲ ਮਚਾ ਦਿੱਤੀ ਹੈ। ਇਹ ਆਡੀਓ ਪੰਜਾਬ ਸਰਕਾਰ ਦੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਅਧਿਆਪਕ ਯੂਨੀਅਨ ਦੇ ਨੁਮਾਇੰਦੇ ਵਿਚਾਲੇ ਹੋਈ ਕਾਲ ਰਿਕਾਰਡਿੰਗ ਦੀ ਦੱਸੀ ਜਾ ਰਹੀ ਹੈ। ਇਹਦੇ ਵਿੱਚ ਤਨਖਾਹ ਵਾਧੇ ਦਾ ਫੈਸਲਾ ਲਾਗੂ ਨਾ ਹੋਣ ਤੇ ਮੰਤਰੀ ਆਸ਼ੂ ਕਹਿ ਰਹੇ ਨੇ ਕਿ ਮਨਪ੍ਰੀਤ ਸਾਡੀ ਬਦਨਾਮੀ ਕਰਵਾ ਰਿਹਾ ਹੈ। ਹਾਲਾਂਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਇਹੀ ਜਿਹੜੀ ਆਵਾਜ਼ ਨੂੰ ਸੁਣ ਕੇ ਦੱਸਿਆ ਜਾ ਰਿਹਾ ਹੈ। ਕੱਚੇ ਅਧਿਆਪਕ ਯੂਨੀਅਨ ਦੇ ਨਿਸ਼ਾਂਤ ਨੇ ਪੰਜਾਬ ਸਰਕਾਰ ਦੀ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਫੋਨ ਕੀਤਾ। ਨਿਸ਼ਾਂਤ ਨੇ ਕਿਹਾ ਕਿ ਤੁਸੀਂ ਵਿੱਤ ਮੰਤਰੀ ਨੂੰ ਵੀ ਤਨਖਾਹ ਵਧਾਉਣ ਦੀ ਅਪੀਲ ਕੀਤੀ ਸੀ ਜਿਹਦੇ ਵਿੱਚ 6600 ਰੁਪਏ ਦਾ ਵਾਧਾ ਕੀਤਾ ਗਿਆ ਸੀ ਜਿਸ ਤੇ ਮੰਤਰੀ ਨੇ ਹਾਮੀ ਭਰ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਫੇਰ ਕਹਿੰਦਾ। ਇਸ ਤੋਂ ਬਾਅਦ ਆਸ਼ੂ ਨੇ ਕਿਹਾ ਕਿ ਉਹ ਸਾਡੀ ਬਦਨਾਮੀ ਕਰਵਾਉਣ ਤੇ ਤੁਲੇ ਹੋਏ ਨੇ, ਮੈਂ ਇਹਨਾਂ ਨੂੰ ਦੁਬਾਰਾ ਕਹਿੰਦਾ ਹਾਂ। ਯੂਨੀਅਨ ਦੇ ਨੁਮਾਇੰਦੇ ਨੇ ਇਹ ਵੀ ਕਿਹਾ ਫੋਨ ਕਾਲ ਦੇ ਵਿੱਚ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਨੂੰ ਵੋਟ ਦਿੰਦੇ ਹਾਂ, ਹੁਣ ਜੇ ਕੋਈ ਕਾਂਗਰਸ ਦੀ ਮੰਜੀ ਠੋਕੇਗਾ ਤਾਂ ਉਹ ਮਨਪ੍ਰੀਤ ਨੂੰ ਠੋਕਣਗੇ। ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਤਰ੍ਹਾਂ ਦੇ ਸਰਵੇ ਕਰਵਾਏ ਜਾ ਰਹੇ ਨੇ। ਕਾਂਗਰਸ ਦੇ ਹੀ ਇੱਕ ਲੀਡਰ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਲ ਹੈ ਜਿਹੜਾ ਉਹ ਪਾਇਆ। ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਦੇ ਕਾਫੀ ਕਰੀਬੀ ਹੈਗੇ ਨੇ, ਟਵਿੱਟਰ ਦੇ ਉੱਤੇ ਪੋਲ ਕਰਵਾਇਆ ਹੈ। 4 ਵਿਕਲਪ ਦਿੱਤੇ ਨੇ ਉਹਨਾਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਣਾ ਚਾਹੀਦਾ ਹੈ। ਪਹਿਲਾ ਵਿਕਲਪ ਚਰਨਜੀਤ ਸਿੰਘ ਚੰਨੀ, ਫਿਰ ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ ਤੇ ਚੌਥਾ ਹੈ ਮੁੱਖ ਮੰਤਰੀ ਚਿਹਰੇ ਦੀ ਲੋੜ ਨਹੀਂ ਹੈ ਕਿਉਂਕਿ ਕਾਂਗਰਸ ਤੇ ਇਸ ਵਕਤ ਬਹੁਤ ਦਬਾਅ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਜਾਵੇ। ਪਰ ਕਾਂਗਰਸ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਹੈ ਕਿ ਇਸ ਵਾਰੀ ਬਿਨਾਂ ਸੀਐਮ ਚਿਹਰੇ ਤੋਂ ਹੀ ਚੋਣਾਂ ਲੜੀਆਂ ਜਾਣਗੀਆਂ। 3 ਚਿਹਰੇ ਮੋਹਰੀ ਰੱਖੇ ਗਏ ਨੇ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ। ਯਾਨੀ ਕਿ ਕਾਂਗਰਸ ਸਭ ਤੇ ਦਾਅ ਖੇਡਣਾ ਚਾਹੁੰਦੀ ਹੈ। ਹਿੰਦੂ ਵੋਟ ਹੈ ਜਿਹੜੀ ਉਹ ਵੀ ਨਹੀਂ ਜਾਣ ਦੇਣਾ ਚਾਹੁੰਦੀ, ਦਲਿਤ ਭਾਈਚਾਰੇ ਦੀ ਵੋਟ ਵੀ ਜਾਣ ਨਹੀਂ ਦੇਣਾ ਚਾਹੁੰਦੀ ਅਤੇ ਨਵਜੋਤ ਸਿੰਘ ਸਿੱਧੂ ਇੱਕ ਜਿਹੜੇ ਹੈਗੇ ਨੇ ਉਹ ਸਟਰੋਂਗ ਉਮੀਦਵਾਰ ਮੰਨੇ ਜਾਂਦੇ ਨੇ, ਉਹਨਾਂ ਨੂੰ ਵੀ ਨਹੀਂ ਜਾਣ ਦੇਣਾ ਚਾਹੁੰਦੀ। ਸੋ ਇਹ ਤੇ ਜਿਹੜੀ ਵੋਟਿੰਗ ਹੈ ਉਹ 19 ਜਨਵਰੀ ਨੂੰ ਸ਼ੁਰੂ ਕੀਤੀ ਗਈ ਹੈ। ਮਹਾਰਾਸ਼ਟਰ ਦੇ ਵਿੱਚ 24 ਜਨਵਰੀ ਤੋਂ 1 ਤੋਂ 12ਵੀਂ ਜਮਾਤ ਤੱਕ ਸਾਰੇ ਸਕੂਲ ਖੁੱਲ ਜਾਣਗੇ। ਮਹਾਰਾਸ਼ਟਰ ਦੀ ਸਕੂਲੀ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਐਲਾਨ ਕੀਤਾ। ਉਹਨਾਂ ਕਿਹਾ ਕਿ 1 ਤੋਂ 12ਵੀਂ ਜਮਾਤ ਤੱਕ ਕੋਵਿਡ ਪ੍ਰੋਟੋਕੋਲ ਦੇ ਨਾਲ 24 ਜਨਵਰੀ ਤੋਂ ਸਾਰੇ ਸਕੂਲ ਨੇ ਜਿਹੜੇ ਉਹ ਖੁੱਲ ਜਾਣਗੇ। ਪ੍ਰੀ ਪ੍ਰਾਇਮਰੀ ਸਕੂਲ ਵੀ ਖੋਲ ਦਿੱਤੇ ਜਾਣਗੇ। ਰਾਜਸਥਾਨ ਤੋਂ ਖਬਰ ਹੈ ਜਿੱਥੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਹਾਲ ਦੀ ਘੜੀ ਰੋਕ ਦਿੱਤੀ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਨੂੰ ਫਿਲਹਾਲ ਰੋਕ ਦੇਣ ਦੇ ਹੁਕਮ ਦਿੱਤੇ ਨੇ। ਜਾਰੀ ਕੀਤੇ ਹੁਕਮਾਂ 'ਚ ਕਿਹਾ ਗਿਆ ਕਿ ਸੂਬਾ ਸਰਕਾਰ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਜੇ ਕੋਈ ਕਿਸਾਨ ਆਪਣੇ ਕਰਜ਼ੇ ਦਾ ਭੁਗਤਾਨ ਨਹੀਂ ਕਰ ਪਾ ਰਿਹਾ ਜਾਂ ਉਹ ਅਸਮਰੱਥ ਹੈ ਤਾਂ ਰੋਡਾ ਐਕਟ ਦੇ ਤਹਿਤ ਉਸ ਦੀ ਜ਼ਮੀਨ ਦੀ ਨਿਲਾਮੀ ਦੀ ਕਾਰਵਾਈ ਨੂੰ ਰੋਕ ਦਿੱਤਾ ਜਾਵੇ। ਸੂਬਾ ਸਰਕਾਰ ਨੇ ਸਹਿਕਾਰੀ ਬੈਂਕਾਂ ਦੇ ਕਰਜ਼ੇ ਮਾਫ ਕੀਤੇ ਨੇ ਤੇ ਭਾਰਤ ਸਰਕਾਰ ਨੂੰ ਵਪਾਰਿਕ ਬੈਂਕਾਂ ਨੂੰ ਵਨ ਟਾਈਮ ਸੈਟਲਮੈਂਟ ਕਰਕੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਅਪੀਲ ਕੀਤੀ ਹੈ। ਹੁਕਮਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬਾ ਸਰਕਾਰ ਨੇ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੀ ਜ਼ਮੀਨ ਨਿਲਾਮੀ ਰੋਕਣ ਵਾਲਾ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਸੀ ਪਰ ਹਾਲੇ ਤੱਕ ਇਹ ਕਾਨੂੰਨ ਨਹੀਂ ਬਣ ਸਕਿਆ। ਜੇ ਇਹ ਬਿੱਲ ਕਾਨੂੰਨ ਬਣਦਾ ਹੈ ਤਾਂ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਹੈ ਜਿਹੜੀ ਉਹ ਰੱਦ ਕੀਤੀ ਜਾ ਸਕਦੀ ਹੈ। ਹਾਲ ਦੀ ਘੜੀ ਇਸ ਤੇ ਰੋਕ ਲਾਈ ਗਈ ਹੈ ਤੇ ਰਾਜਸਥਾਨ ਸਰਕਾਰ ਦਾ ਇਹ ਫੈਸਲਾ ਉਸ ਵਕਤ ਆਇਆ ਜਦੋਂ ਕੁਝ ਦਿਨ ਪਹਿਲਾਂ ਕਿਸਾਨਾਂ ਦੀ ਜ਼ਮੀਨ ਨਿਲਾਮ ਹੋਣ ਦੇ ਹੁਕਮਾਂ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਦੌਸਾ ਪਹੁੰਚੇ ਸੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਭਾਰਤ ਅਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਭਾਰਤੀ ਫੌਜ ਨੇ ਲਾਪਤਾ ਲੜਕੇ ਮੀਰਾਮ ਤਾਰੋਨ ਨੂੰ ਲੱਭਣ ਅਤੇ ਤੈਅ ਨਿਯਮਾਂ ਦੇ ਮੁਤਾਬਿਕ ਉਸ ਨੂੰ ਵਾਪਸ ਕਰਨ ਦੇ ਲਈ ਚੀਨ ਦੀ PLA यानी कि पीपल्स लिबरेशन आर्मी फौज तो मदद मंगी है। अरुणाचल प्रदेश के संसद मैंबर तापीर गाओ ने कहा है कि PLA ने
ਮੰਗਲਵਾਰ ਨੂੰ ਸੂਬੇ ਦੇ ਅੱਪਰ ਸਿਆਂਗ ਜ਼ਿਲ੍ਹੇ ਦੇ ਵਿੱਚ ਭਾਰਤੀ ਇਲਾਕੇ ਚੋਂ 17 ਸਾਲਾ ਲੜਕੇ ਨੂੰ ਅਗਵਾ ਕਰ ਲਿਆ। ਰੱਖਿਆ ਅਦਾਰੇ ਦੇ ਸੂਤਰਾਂ ਨੇ ਦੱਸਿਆ ਕਿ ਜਦੋਂ ਭਾਰਤੀ ਫੌਜ ਨੂੰ ਤਾਰੋਨ ਬਾਰੇ ਸੂਚਨਾ ਮਿਲੀ ਤਾਂ ਉਸਨੇ ਤੁਰੰਤ ਹੌਟਲਾਈਨ ਰਾਹੀਂ PLA ਦੇ ਨਾਲ ਯਾਨੀ ਕਿ ਚੀਨ ਦੀ ਫੌਜ ਦੇ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਲੜਕਾ ਜੋ ਜੜੀ ਬੂਟੀਆਂ ਨੂੰ ਇਕੱਠੀਆਂ ਕਰਨ ਦੇ ਨਾਲ-ਨਾਲ ਸ਼ਿਕਾਰ ਕਰ ਰਿਹਾ ਸੀ ਆਪਣਾ ਰਾਹ ਭੁੱਲ ਗਿਆ ਸੀ, ਸਾਨੂੰ ਲੱਭ ਨਹੀਂ ਰਿਹਾ। ਸੂਤਰਾਂ ਨੇ PLA ਤੋਂ ਨੌਜਵਾਨ ਦਾ ਪਤਾ ਲਵਾਉਣ ਅਤੇ ਉਸ ਨੂੰ ਤੈਅ ਨਿਯਮਾਂ ਮੁਤਾਬਿਕ ਵਾਪਸ ਕਰਨ ਦੇ ਵਿੱਚ ਮਦਦ ਮੰਗੀ ਹੈ। ਹੁਣ ਦੇਖੋ ਕਿ ਚੀਨ ਭਾਰਤ ਦੇ ਇਸ ਮੁੰਡੇ ਨੂੰ ਵਾਪਸ ਕਰਦਾ ਹੈ, ਕਦੋਂ ਕਰਦਾ ਹੈ ਜਾਂ ਨਹੀਂ ਕਰਦਾ। ਯੂਪੀ ਚੋਣਾਂ ਦੀ ਗੱਲ ਕਰ ਲਈਏ ਤਾਂ ਆਲ ਇੰਡੀਆ ਕਾਂਗਰਸ ਪਾਰਟੀ ਨੇ ਯੂਪੀ ਚੋਣਾਂ ਦੇ ਲਈ 41 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕਰ ਦਿੱਤੀ ਹੈ। 40% ਔਰਤਾਂ ਨੂੰ ਟਿਕਟ ਦਿੱਤੀ ਗਈ ਹੈ। ਪਾਰਟੀ ਨੇ ਸਿਆਨਾ ਹਲਕੇ ਤੋਂ ਕਿਸਾਨ ਅੰਦੋਲਨ ਦੇ ਨਾਲ ਚਰਚਾ ਦੇ ਵਿੱਚ ਆਈ ਨੈਸ਼ਨਲ ਸ਼ੂਟਰ ਪੂਨਮ ਪੰਡਿਤ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਅਗਾਰਾ ਕੈਂਟ ਤੋਂ ਵਾਲਮੀਕੀ ਸਮਾਜ ਨੂੰ ਟਿਕਟ ਦਿੱਤੀ ਗਈ ਹੈ ਤੇ ਸਾਰੀਆਂ ਪਾਰਟੀਆਂ ਹੁਣ ਲਗਾਤਾਰ ਆਪੋ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਰਹੀਆਂ ਨੇ। ਇਸੇ ਦਰਮਿਆਨ ਬੀਜੇਪੀ ਜਿੱਥੇ ਬੀਜੇਪੀ ਨੂੰ ਸ਼ੌਕ ਲੱਗ ਰਹੇ ਨੇ, ਝਟਕੇ ਮਿਲ ਰਹੇ ਨੇ, ਕਈ ਜਿਹੜੇ ਮਿਨਿਸਟਰ ਹੈਗੇ ਨੇ ਤੇ ਬਹੁਤ ਸਾਰੇ ਵਿਧਾਇਕ ਪਾਰਟੀ ਛੱਡ ਚੁੱਕੇ ਨੇ, ਉੱਥੇ ਬੀਜੇਪੀ ਦੂਸਰੀਆਂ ਪਾਰਟੀਆਂ ਦੇ ਕੁਨਬੇ ਨੂੰ ਆਪਣੇ ਕੁਨਬੇ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਵਿੱਚ ਸੰਨ ਮਾਰੀ ਹੈ। ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਯਾਦਵ ਦੇ ਰਿਸ਼ਤੇਦਾਰ ਪ੍ਰਮੋਦ ਗੁਪਤਾ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਹੈ ਤੇ ਕਾਂਗਰਸ ਨੇ ਇੱਕ ਪੋਸਟਰ ਜਿਹੜਾ ਰਿਲੀਜ਼ ਕੀਤਾ ਹੈ, ਲੜਕੀ ਹੂੰ ਲੜ ਸਕਤੀ ਹੂੰ। ਇਹਦਾ ਜਿਹੜਾ ਇੱਕ ਮੁੱਖ ਚਿਹਰਾ ਪ੍ਰਿਯੰਕਾ ਮੌਰਿਆ, ਉਸ ਨੂੰ ਵੀ ਬੀਜੇਪੀ ਨੇ ਆਪਣੇ ਵਿੱਚ ਸ਼ਾਮਿਲ ਕਰ ਲਿਆ, ਯਾਨੀ ਕਿ ਕਾਂਗਰਸ ਦੀ ਲੜਕੀ ਹੂੰ ਲੜ ਸਕਤੀ ਹੂੰ ਮੁਹਿੰਮ ਦੀ ਪੋਸਟਰ ਗਰਲ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਈ ਹੈ। ਪ੍ਰਮੋਦ ਗੁਪਤਾ 2012 ਦੇ ਵਿੱਚ ਸਪਾ ਦੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਸਨ, ਮੁਲਾਇਮ ਸਿੰਘ ਦੇ ਕਰੀਬੀ ਵੀ ਸਨ। ਦਾਅਵਾ ਕੀਤਾ ਸੀ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੇ ਆਪਣੇ ਪਿਤਾ ਨੂੰ ਬੰਦੀ ਬਣਾ ਲਿਆ ਤੇ ਉਹ ਕਿਸੇ ਨੂੰ ਮਿਲਣ ਨਹੀਂ ਦੇ ਰਹੇ। ਇਹ ਵੀ ਕਿਹਾ ਜਾਂਦਾ ਹੈ ਕਿ ਭਾਜਪਾ ਸਪਾ ਮੁਖੀ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੇ ਮੁਲਾਇਮ ਸਿੰਘ ਦੇ ਭਰਾ ਸ਼ਿਵਪਾਲ ਯਾਦਵ ਦੇ ਸੰਪਰਕ ਦੇ ਵਿੱਚ ਵੀ ਹੈ। ਇਸ ਤੋਂ ਪਹਿਲਾਂ ਅਖਿਲੇਸ਼ ਯਾਦਵ ਦੀ ਜਿਹੜੀ ਛੋਟੀ ਭਾਬੀ ਹੈ ਉਹ ਵੀ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਈ। ਗੋਆ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਐਲਾਨ ਦਿੱਤੀਆਂ ਗਈਆਂ ਨੇ। ਇੱਥੇ ਬੀਜੇਪੀ ਨੇ 34 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਗੋਆ ਦੇ ਮੁੱਖ ਮੰਤਰੀ ਪ੍ਰਬੋਧ ਸਾਵੰਤ ਸੰਕੁਲਮ ਵਿਧਾਨ ਸਭਾ ਸੀਟ ਤੋਂ ਹੀ ਚੋਣ ਲੜਨਗੇ ਤੇ ਬੀਜੇਪੀ ਨੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਦੇ ਲਈ ਵੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇੱਥੇ ਪਾਰਟੀ ਨੇ ਸੂਬੇ ਦੀਆਂ 70 ਦੇ ਵਿੱਚੋਂ 59 ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਨੇ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਉਦਮ ਸਿੰਘ ਨਗਰ ਜ਼ਿਲ੍ਹੇ ਦੀ ਆਪਣੀ ਪਹਿਲਾਂ ਦੀ ਖਟੀਮਾ ਵਿਧਾਨ ਸਭਾ ਸੀਟ ਤੋਂ ਹੀ ਚੋਣ ਲੜਨਗੇ। ਇੱਥੇ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਪੰਜਾਬ ਦੇ ਵਿੱਚ ਵੀ ਪਹਿਲਾਂ 14 ਫਰਵਰੀ ਨੂੰ ਵੋਟਾਂ ਪੈਣੀਆਂ ਸੀ, ਪਰ ਹੁਣ ਪੰਜਾਬ 'ਚ 20 ਨੂੰ ਪੈਣਗੀਆਂ। ਨਤੀਜਿਆਂ ਦਾ ਐਲਾਨ ਸਾਰੇ ਕਿਤੇ 10 ਮਾਰਚ ਨੂੰ ਹੋ ਜਾਏਗਾ, ਯਾਨੀ ਕਿ ਭਾਰਤ ਦੇ 5 ਸੂਬਿਆਂ ਦੇ ਵਿੱਚ 10 ਮਾਰਚ ਨੂੰ ਨਵੀਆਂ ਸਰਕਾਰਾਂ ਬਣ ਜਾਣਗੀਆਂ। ਬੁਲੀਬਾਈ ਵਿਵਾਦਿਤ ਐਪ ਮਾਮਲੇ ਦੇ ਵਿੱਚ ਮੁੰਬਈ ਅਪਰਾਧ ਸ਼ਾਖਾ ਦੇ ਸਾਈਬਰ ਪੁਲਿਸ ਨੇ ਉੜੀਸਾ ਦੇ 28 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਨੂੰ ਆਨਲਾਈਨ ਨਿਲਾਮੀ ਦੇ ਲਈ ਪਾ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ। ਮੁਲਜ਼ਮ ਦੀ ਪਛਾਣ ਨੀਰਜ ਸਿੰਘ ਦੇ ਵਜੋਂ ਹੋਈ ਹੈ, ਜਿਹੜਾ ਕਿ MBA ਪਾਸ ਹੈ। ਉਸਨੇ ਮੰਨਿਆ ਕਿ ਮੁੱਖ ਮੁਲਜ਼ਮ ਦੇ ਨਾਲ ਐਪ ਤਿਆਰ ਕਰਨ ਦੀ ਯੋਜਨਾ ਦੇ ਵਿੱਚ ਪਲਾਨ ਦੇ ਵਿੱਚ ਮੈਂ ਸ਼ਾਮਲ ਸੀ। ਉਧਰ ਮਹਾਰਾਸ਼ਟਰ ਦੀ ਠਾਣੇ ਪੁਲਿਸ ਨੇ ਮਹਾਤਮਾ ਗਾਂਧੀ ਖਿਲਾਫ ਕਥਿਤ ਤੌਰ ਤੇ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਵਿੱਚ ਛੱਤੀਸਗੜ੍ਹ ਤੋਂ ਹਿੰਦੂ ਧਾਰਮਿਕ ਲੀਡਰ ਕਾਲੀਚਰਨ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਹੈ। ਨੌਪਾੜਾ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਲੀਚਰਨ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਇਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਸੀ। ਉਸ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਮਹਾਰਾਸ਼ਟਰ ਲਿਆਂਦਾ ਗਿਆ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਾਰਤ ਨੇ ਉੜੀਸਾ ਤੱਟ ਤੋਂ ਸੁਪਰਸੋਨਿਕ ਕਰੂਜ਼ ਮਿਸਾਈਲ ਬ੍ਰਹਮੋਸ ਦਾ ਸਫਲ ਪਰੀਖਣ ਕੀਤਾ ਹੈ। DRDO ਅਧਿਕਾਰੀਆਂ ਨੇ ਦੱਸਿਆ ਕਿ ਮਿਸਾਈਲ ਨੇ ਆਪਣਾ ਨਿਸ਼ਾਨਾ ਤੈਅ ਸਮੇਂ ਤੇ ਫੁੰਡ ਲਿਆ। ਪਾਕਿਸਤਾਨ ਤੋਂ ਖਬਰ ਹੈ, ਜਿੱਥੇ ਲਾਹੌਰ ਸ਼ਹਿਰ ਦੇ ਵਿੱਚ ਹੋਏ ਇੱਕ ਧਮਾਕੇ ਦੇ ਵਿੱਚ ਕਰੀਬ 4 ਲੋਕਾਂ ਦੀ ਮੌਤ ਹੋ ਗਈ ਹੈ, 16 ਜਣੇ ਜ਼ਖਮੀ ਹੋਏ ਨੇ। ਇਹ ਘਟਨਾ ਲਾਹੌਰ ਦੇ ਅਨਾਰਕਲੀ ਬਾਜ਼ਾਰ ਇਲਾਕੇ ਦੇ ਵਿੱਚ ਵਾਪਰੀ। ਮਾਰੇ ਗਏ ਲੋਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਲਾਹੌਰ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਮੋਟਰ ਬਾਈਕ ਤੇ ਲੱਗੇ ਟਾਈਮ ਕੰਟਰੋਲਡ ਬੰਬ ਦੇ ਨਾਲ ਇਹ ਧਮਾਕਾ ਕੀਤਾ ਗਿਆ। ਬਲੋਚਿਸਤਾਨ ਦੇ ਇੱਕ ਵੱਖਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਪਾਕਿਸਤਾਨੀ ਅਖਬਾਰ ਡੌਨ ਦੇ ਮੁਤਾਬਿਕ ਪਾਕਿਸਤਾਨ ਦੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਪੁਲਿਸ ਮੁਖੀ ਨੂੰ ਜਲਦੀ ਰਿਪੋਰਟ ਜਮ੍ਹਾਂ ਕਰਵਾਉਣ ਦੇ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਹੁਕਮ ਦਿੱਤੇ ਨੇ ਕਿ ਜ਼ਖਮੀਆਂ ਦੀ ਹਰ ਸੰਭਵ ਤਰੀਕੇ ਦੇ ਨਾਲ ਉਹ ਮਦਦ ਕਰਨ। ਅਮਰੀਕਾ ਤੋਂ ਖਬਰ ਹੈ, ਜਿੱਥੇ ਲੋਕਤੰਤਰ ਦੀ ਰੱਖਿਆ ਕਰਨ ਦੇ ਲਈ ਲਿਆਂਦਾ ਬਿੱਲ ਆਪਣੀ ਰੱਖਿਆ ਹੀ ਨਹੀਂ ਕਰ ਸਕਿਆ। ਅਮਰੀਕਾ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਹਿਮ ਮੰਨੇ ਜਾ ਰਹੇ ਬਿੱਲ ਨੂੰ ਸੈਨੇਟ ਨੇ ਰੱਦ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਸੱਤਾਧਾਰੀ ਡੈਮੋਕ੍ਰੈਟਿਕ ਦੇ ਸੰਸਦ ਮੈਂਬਰਾਂ ਨੇ ਸਦਨ ਦੇ ਨਿਯਮਾਂ ਨੂੰ ਬਦਲਣ ਦੇ ਆਪਣੀ ਪਾਰਟੀ ਦੇ ਕਦਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਬਿੱਲ ਦੇ ਡੇਗਣ ਨੂੰ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਦੇ ਲਈ
करारी सट वजों देखा जा रहा है। डेमोक्रेटिक पार्टी अपने एरिजोना सांसद मैंबर क्रिस्टीन सिनेमा ते पश्चिमी मिशिगन के सांसद मैंबर जोए मैनचिन नूं इस बिल बारे सैनेट के नियमां नूं बदलण लई नहीं मना सकी, ना ही इस बिल नूं अगे वधाउण दे लई बहुमत हासिल कर सकी। बाइडन ने वोटिंग तो बाद कहा, मैं बहुत निराश हाँ। दरअसल डेमोक्रेट संसद मैंबर अमेरिका दे विच चोण नियमां विच वड्डे सुधारां लई कानून बनाउण दी तैयारी कर रहे ने ते रिपब्लिकन पार्टी बिल नूं पक्षपाती दसदिआं इस दा विरोध कर रही है। पिछले साल 3 वारी रिपब्लिकन पार्टी ने वोटिंग अधिकार बिल दा विरोध कीता सी। बिल नूं पास करन दे लई सैनेट दे विच 60 वोटां दी लोड़ सी, पर डेमोक्रेटिक पार्टी सिर्फ 51 वोटां ही लै सकी। एमरजेंसी बुलेटिन दे विच तुहाडे सब तो इजाजत चाहुंदे हां। तुसीं सारे अपना ध्यान रखिओ, लोड़वंदां दी मदद जरूर करदे रहा करो। सवेर दीआं खबरां दे विच फेर मिलांगे। धन्नवाद।